प्यारे दोस्तों, ਅਸੀਂ ਅੱਜ ਤੀਸਰੇ ਅਧਿਆਏ ਬਾਰੇ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਤੀਸਰੇ ਅਧਿਆਏ ਦੇ ਵਿੱਚ ਅਸੀਂ ਗੁਰਮੁਖੀ ਲਿਪੀ ਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਾਂਗੇ। ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਦੇ ਨਾਲ ਕੀ ਸੰਬੰਧ ਹੈ, ਇਹ ਲਿਪੀ ਤੋਂ ਕੀ ਵਿਸ਼ੇਸ਼ਤਾਵਾਂ ਹਨ, ਇਸ ਨੂੰ ਪੰਜਾਬੀ 'ਚ ਕਿਉਂ ਅਪਣਾਉਣਾ ਪਿਆ ਤੇ ਗੁਰਮੁਖੀ ਲਿਪੀ ਦਾ ਵਿਕਾਸ ਤੇ ਆਰੰਭ, ਇਹਨਾਂ ਦੇ ਬਾਰੇ ਵੀ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਜਾਵੇਗੀ, ਜੋ ਕਿ ਇਸ ਅਧਿਆਏ ਦਾ ਮੁੱਖ ਉਦੇਸ਼ ਹੈ। ਜਿਸ ਲਿਪੀ ਦੇ ਅੱਖਰ ਦੇ ਵਿੱਚ ਅਸੀਂ ਪੰਜਾਬੀ ਲਿਖਦੇ ਹਾਂ ਉਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਤੋਂ ਗੁਰਮੁਖੀ ਲਿਪੀ, ਜਿਸ ਲਿਪੀ ਦੇ ਵਿੱਚ ਵੀ ਅਸੀਂ ਕੋਈ ਵੀ ਅੱਖਰ ਲਿਖਦੇ ਹਾਂ ਉਸ ਨੂੰ ਲਿਪੀ ਕਹਿੰਦੇ ਆ। ਲਿਪੀ ਤੋਂ ਭਾਵ ਹੈ ਲਿਖਤੀ, ਲਿਖਤ ਰੂਪ ਵਿੱਚ ਜਦੋਂ ਅਸੀਂ ਕਿਸੇ ਚੀਜ਼ ਨੂੰ ਲਿਖਦੇ ਹਾਂ, ਕਿਸੇ ਅੱਖਰ ਨੂੰ ਲਿਖਦੇ ਹਾਂ, ਲਿਖਤ ਰੂਪ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਨੂੰ ਲਿਖਣ ਲਈ ਅੱਖਰ ਵਰਤੇ ਜਾਂਦੇ ਆ। ਉਹ ਅੱਖਰ ਜਿਹੜੇ ਨੇ, ਉਹ ਅੱਖਰਾਂ ਦਾ ਜਿਹੜਾ ਰੂਪ ਹੈ, ਬਣਤਰ ਹੈ, ਉਹਨਾਂ ਦੀ ਲਿਖਣ ਦਾ ਢੰਗ ਹੈ, ਤੌਰ ਤਰੀਕਾ ਹੈ, ਉਹ ਇੱਕ ਲਿਪੀ ਰੂਪ ਹੈ। ਤਾਂ ਇਸੇ ਤਰ੍ਹਾਂ ਨਾਲ ਸਾਡੀ ਪੰਜਾਬੀ ਭਾਸ਼ਾ ਨੂੰ ਵੀ ਲਿਖਣ ਲਈ ਊੜੇ ਤੋਂ ਲੈ ਕੇ ਰਾੜੇ ਤੱਕ ਦੇ ਅੱਖਰ ਜਿਹੜੇ ਨੇ, ਉਹ ਅੱਖਰਾਂ ਦੀ ਜਿਹੜੀ ਲਿਪੀ ਹੈ, ਉਹਨਾਂ ਨੂੰ ਬਣਤਰ ਜਿਹੜੀ ਹੈ ਉਹ ਗੁਰਮੁਖੀ ਲਿਪੀ ਕਹਾਉਂਦੀ ਹੈ। ਗੁਰਮੁਖੀ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ਼ ਦੀਆਂ ਹੋਰਨਾਂ ਲਿਪੀਆਂ ਵਾਂਗ ਹੀ ਵਿਕਾਸ ਦੇ ਪੜਾਅ ਪਾਰ ਕਰਦੀ ਹੋਈ ਅੱਜ ਵਾਲੇ ਰੂਪ ਵਿੱਚ ਪਹੁੰਚੀ ਹੈ। ਗੁਰਮੁਖੀ ਦਾ ਜੋ ਰੂਪ ਹੁਣ ਹੈ, ਇਸ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘ ਕੇ ਉੱਭਰਦੀ ਆਈ ਹੈ। ਪੰਜਾਬੀ ਨੂੰ ਲਿਖਣ ਵਾਲੇ ਗੁਰਮੁਖੀ ਹੀ ਢੁਕਵਾਂ ਤੇ ਸ੍ਰੇਸ਼ਟ ਲਿਪੀ ਹੈ। ਢੁਕਵੀਂ ਤੇ ਸ੍ਰੇਸ਼ਟ ਤੋਂ ਭਾਵ ਹੈ ਕਿ ਇਹ ਲਿਪੀ ਦੇ ਵਿੱਚ ਜਿੰਨੇ ਵੀ ਅੱਖਰ ਨੇ 35 ਦੇ 35, ਉਹ ਪੂਰਨ ਰੂਪ ਵਿੱਚ ਹੀ ਸਾਰਥਕ ਹਨ, ਪੂਰਨ ਰੂਪ ਦੇ ਵਿੱਚ ਹੀ ਪੂਰਨ ਨੇ। ਕਿਉਂਕਿ ਆਮ ਤੌਰ 'ਤੇ ਅੰਗਰੇਜ਼ੀ ਦੇ ਵਿੱਚ 26 ਵਰਨਮਾਲਾ ਦੇ ਅੱਖਰ ਨੇ, ਹਿੰਦੀ 'ਚ 52 ਹਨ। ਇਸ ਤਰ੍ਹਾਂ ਨਾਲ ਫਾਰਸੀ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਦੇ ਆਪਣੀ ਆਪਣੀ ਇੱਕ ਲਿਪੀ ਹੈ। ਉਸ ਨਾਲ ਜਿਹੜੀ ਸਾਡੀ ਪੰਜਾਬੀ ਦੀ ਲਿਪੀ ਹੈ ਉਹ ਇੱਕ ਬਹੁਤ ਹੀ ਸੰਖੇਪ ਤੇ ਸ੍ਰੇਸ਼ਟ ਲਿਪੀ ਮੰਨੀ ਗਈ ਹੈ। ਇਸ ਲਈ ਇਸ ਨੂੰ 1966 ਈਸਵੀ ਵਿੱਚ ਪੰਜਾਬ ਸਰਕਾਰ ਨੇ ਜਦੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਇਆ ਤਾਂ ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਨੂੰ ਹੀ ਸਵੀਕਾਰ ਕੀਤੀ ਗਈ ਸੀ। ਹੁਣ ਗੁਰਮੁਖੀ ਵਿੱਚ ਲਿਖੀ ਹੋਈ ਪੰਜਾਬੀ ਹੀ ਕਾਨੂੰਨੀ ਤੌਰ ਤੇ ਪ੍ਰਵਾਨ ਹੁੰਦੀ ਹੈ, ਜੋ ਜ਼ਾਹਿਰ ਹੈ ਕਿ ਗੁਰਮੁਖੀ ਦਾ ਪੰਜਾਬੀ ਭਾਸ਼ਾ ਨਾਲ ਚਿਰਕੋਨਾ ਤੇ ਅਟੁੱਟ ਰਿਸ਼ਤਾ ਹੈ। ਪੰਜਾਬੀ ਗੁਰਮੁਖੀ ਬਾਰੇ ਵੱਧ ਤੋਂ ਵੱਧ ਹੋਰ ਜਾਣਨ ਦੀ ਲੋੜ ਹੈ। ਉਹ ਹੈ ਕਿ ਗੁਰਮੁਖੀ ਨਾਮ ਕਿਵੇਂ ਪਿਆ, ਇਹ ਲਿਪੀ ਦੀ ਕਿਉਂ ਲੋੜ ਪਈ। ਲਿਪੀ ਤੋਂ ਭਾਵ ਹੈ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਿਤ ਕਰਨ ਦੀ ਕਲਾ। ਲਕੀਰਾਂ ਤੋਂ ਭਾਵ ਹੈ ਜਿਸ ਤਰ੍ਹਾਂ ਨਾਲ ਅਸੀਂ ਹਿੰਦੀ ਵਾਲੀ ਕਾਪੀ ਲੈਂਦੇ ਹਾਂ, ਉਹਦੇ ਵਿੱਚ ਇਸ ਤਰ੍ਹਾਂ 2 ਲਾਈਨਾਂ ਨੇ, ਉਹ 2 ਲਾਈਨਾਂ ਦੇ ਵਿੱਚ ਅਸੀਂ ਅੱਖਰ ਨੂੰ ਕਿਸ ਤਰ੍ਹਾਂ ਨਾਲ ਚਿੱਤਰਨਾ ਹੈ, ਕਿਸ ਤਰ੍ਹਾਂ ਨਾਲ ਲਿਖਣਾ ਹੈ, ਉਹ ਜਿਹੜੀ ਕਿਰਿਆ ਹੈ ਉਹ ਲਿਪੀ ਕਹਾਉਂਦੀ ਹੈ। ਲਿਪੀ ਜਿਹੜੀ ਹੈ ਲਿਖਣ ਦੀ ਕਲਾ ਸਿਖਾਉਂਦੀ ਹੈ, ਲਿਖਣ ਦੀ ਇੱਕ ਢੁਕਵੇਂ ਰੂਪ ਦੇ ਵਿੱਚ ਵਿਉਂਤਬੰਦ ਤਰੀਕਾ ਜਿਹੜਾ ਹੈ ਉਹ ਲਿਪੀ ਕਹਾਉਂਦਾ ਹੈ। ਜੇ ਅਸੀਂ ਥੋੜ੍ਹਾ ਜਿਹਾ ਡੂੰਘਾਈ ਨਾਲ ਵੇਖੀਏ ਤਾਂ ਕਿਹਾ ਜਾ ਸਕਦਾ ਹੈ ਕਿ ਲਿਪੀ ਉਚਰਿਤ ਧੁਨੀਆਂ ਨੂੰ ਅੰਕਿਤ ਕਰਨ ਦੇ ਚਿੰਨ੍ਹਾਂ ਤੇ ਨਿਸ਼ਾਨ ਨੂੰ ਲਕੀਰ ਨਾਲ ਢੰਗ, ਲਿਪੀ ਮਨੁੱਖੀ ਸੰਗ ਵਿੱਚੋਂ ਨਿਕਲੇ ਬੋਲਾਂ ਨੂੰ ਚਿੱਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦੀ ਇੱਕ ਵਿਧੀ ਹੈ। ਕਿਉਂਕਿ ਇਸ ਨੂੰ ਆਦ ਮਨੁੱਖ ਜਿਹੜਾ ਸੀ, ਆਦ ਮਨੁੱਖ ਦੇ ਸਮੇਂ ਇਸ਼ਾਰੇ ਵਾਲੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ, ਚਿੱਤਰ ਵਾਲੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਨੂੰ ਅੱਖਰ ਵਾਲੀ ਲਿਪੀ ਦਾ ਵਰਣਨ ਜਿਹੜਾ ਪ੍ਰਚਲਿਤ ਰੂਪ ਹੈ ਇਹ ਬਹੁਤ ਹੀ ਬਾਅਦ ਵਿੱਚ ਆਇਆ। ਜਦੋਂ ਤੋਂ ਸਾਡੇ ਕੋਲ ਧੁਨੀਆਂ ਸੀ, ਧੁਨੀਆਂ ਨੂੰ ਜਦੋਂ ਅੱਖਰਾਂ ਦਾ ਰੂਪ ਦਿੱਤਾ ਗਿਆ ਲਿਪੀ ਦੇ ਰਾਹੀਂ, ਉਸ ਤੋਂ ਬਾਅਦ ਇਹ ਹੋਂਦ ਵਿੱਚ ਆਈ, ਤਾਂ ਅਸੀਂ ਅੱਖਰਾਂ ਤੋਂ ਸ਼ਬਦਾਂ ਦਾ ਨਿਰਮਾਣ ਹੋਇਆ। ਤਾਂ ਸਾਡੇ ਪੁਰਾਤਨ ਰੂਪ ਜਿਹੜੇ ਹੈ ਉਹ ਹੈ ਚਿੱਤਰ ਲਿਪੀ, ਲਕੀਰਾਂ, ਸੰਕੇਤ, ਇਹਨਾਂ ਚਿੰਨ੍ਹਾਂ ਦੇ ਰਾਹੀਂ ਇਹ ਲਿਪੀ ਦੇ ਪੁਰਾਤਨ ਰੂਪ ਨੇ। ਉਹਨਾਂ ਦੀ ਇੱਕ ਵਿਧੀ ਦੇ ਰੂਪ ਦੇ ਵਿੱਚ ਲਿਪੀ ਦਾ ਜਨਮ ਹੋਇਆ। ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਲਿਪੀ ਲਿਖਣ ਕਲਾ ਜਾਂ ਬੋਲੀ ਗਈ ਸੰਕੇਤਿਕ ਪ੍ਰਤੀਨਿਧ ਹੁੰਦੀ ਹੈ। ਜੋ ਅਸੀਂ ਲਿਖ ਰਹੇ ਹਾਂ ਜਾਂ ਜੋ ਕੁਝ ਵੀ ਅਸੀਂ ਬੋਲ ਰਹੇ ਹਾਂ, ਬੋਲੇ ਹੋਏ ਸ਼ਬਦਾਂ ਨੂੰ ਜਾਂ ਬੋਲੇ ਹੋਏ ਸੰਕੇਤਾਂ ਨੂੰ ਜਦੋਂ ਅਸੀਂ ਲਿਖਤੀ ਰੂਪ ਦਿੰਦੇ ਹਾਂ ਤਾਂ ਉਹ ਲਿਪੀ ਕਹਾਉਂਦੀ ਹੈ, ਜਿਹੜੀ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲੀ ਜਾ ਸਕੇ। ਇਸ ਲਈ ਇਸ ਨੂੰ ਲਿਖਤੀ ਰੂਪ ਦਿੱਤਾ ਗਿਆ, ਕਿਉਂਕਿ ਭਾਸ਼ਾ ਜਿਹੜੀ ਪਹਿਲੇ ਸੀ ਸਿਰਫ ਤੇ ਸਿਰਫ ਧੁਨੀਆਂ ਦੇ ਰੂਪ ਵਿੱਚ, ਮੌਖਿਕ ਰੂਪ ਵਿੱਚ ਮਿਲਦੀ ਸੀ। ਮੌਖਿਕ ਤੋਂ ਭਾਵ ਹੈ ਮੂੰਹ ਚੜੀ ਹੋਈ, ਮੂੰਹ ਰਾਹੀਂ ਬੋਲਣ ਵਾਲੀ। ਪਰ ਇਸ ਦੀ ਸਾਂਭ ਸੰਭਾਲ ਦੇ ਲਈ ਜ਼ਰੂਰੀ ਸੀ ਇਹਨਾਂ ਨੂੰ ਲਿਖਤੀ ਰੂਪ ਦੇਣਾ, ਤੇ ਲਿਖਤੀ ਰੂਪ ਦੇ ਲਈ ਲਿਪੀ ਦੀ ਲੋੜ ਪਈ। ਤਾਂ ਇਸ ਕਰਕੇ ਲਿਪੀ ਹੋਂਦ ਵਿੱਚ ਆਈ ਮੰਨੀ ਜਾ ਸਕਦੀ ਹੈ। ਕਹਿੰਦੇ
ਲਿਪੀ ਅਜਿਹੇ ਸੰਕੇਤਾਂ ਦੇ ਚਿੰਨ੍ਹਾਂ ਦੀ ਵਿਓਤਬੰਦੀ ਕਰਦੀ ਹੈ ਜਿਸ ਨਾਲ ਸੁਣਨਯੋਗ ਨੂੰ ਬੋਲਣਯੋਗ ਤੇ ਵੇਖਣਯੋਗ ਬਣਾਇਆ ਜਾ ਸਕਦਾ ਹੈ। ਭਾਵ ਲਿਖਿਆ ਵੀ ਜਾਂਦਾ ਹੈ ਤੇ ਪੜ੍ਹ ਕੇ ਮੁੜ ਉਚਾਰਿਆ ਵੀ ਜਾਂਦਾ ਹੈ ਤੇ ਉਸ ਦੇ ਬੋਲਾਂ ਨੂੰ ਗਹਿਰਾਈ ਦੇ ਨਾਲ ਸਮਝਿਆ ਵੀ ਜਾਂਦਾ ਹੈ। ਤਾਂ ਅਸੀਂ ਉਸ ਨੂੰ ਜਦੋਂ ਮਰਜ਼ੀ, ਜਦੋਂ ਚਾਹੀਏ, ਜਿਸ ਸਮੇਂ ਮਰਜ਼ੀ ਅਸੀਂ ਉਸ ਬੋਲਾਂ ਨੂੰ ਬੋਲ ਸਕਦੇ ਹਾਂ, ਲਿਖ ਸਕਦੇ ਹਾਂ, ਪੜ੍ਹ ਸਕਦੇ ਹਾਂ। ਇਸ ਕਰਕੇ ਲਿਪੀ ਰੂਪ ਜਿਹੜਾ ਲਿਖਤੀ ਰੂਪ ਦੇ ਵਿੱਚ ਹੋਂਦ ਵਿੱਚ ਆਈ। ਜਿੱਥੇ ਬੋਲੀ ਭਾਵਾਂ ਦੀ ਪੁਸ਼ਾਕ ਹੈ, ਸਾਡੀਆਂ ਫੀਲਿੰਗਸ ਜਿਹੜੀਆਂ ਨੇ ਉਹ ਭਾਸ਼ਾ ਦੇ ਰੂਪ ਵਿੱਚ ਉਚਾਰਨ ਹੁੰਦੀਆਂ ਨੇ, ਉਹ ਲਿਪੀ ਬੋਲੀ ਦੀ ਪੁਸ਼ਾਕ ਹੈ। ਤਾਂ ਬੋਲੀ ਦਾ ਜਨਮ ਮਨ ਦੇ ਭਾਵਾਂ ਨੂੰ ਕੰਠ ਚੋਂ ਨਿਕਲੀਆਂ ਧੁਨੀਆਂ ਦੁਆਰਾ ਬਾਹਰ ਪ੍ਰਗਟ ਕਰਨ ਵਾਸਤੇ ਹੋਇਆ। ਜੋ ਸਾਡੇ ਕੋਲ ਧੁਨੀਆਂ ਸੀ, ਉਹਨਾਂ ਧੁਨੀਆਂ ਦੇ ਲਈ ਬੋਲ ਪੈਦਾ ਹੋਏ, ਬੋਲਾਂ ਲਈ ਅੱਖਰ ਪੈਦਾ ਹੋਏ। ਅੱਖਰਾਂ ਦੀ ਸਿਮਤ ਦੇ ਨਾਲ ਮੂੰਹ ਦੇ ਰਾਹੀਂ ਮਨੋਭਾਵ ਜਿਹੜੇ ਉਜਾਗਰ ਹੋਏ, ਉਹਨਾਂ ਨੂੰ ਲਿਖਤੀ ਰੂਪ ਦੇ ਰਾਹੀਂ ਪ੍ਰਗਟ ਕੀਤਾ ਗਿਆ, ਜੋ ਕਿ ਇੱਕ ਲਿਪੀ ਦਾ ਰੂਪ ਹੈ। ਤਾਂ ਇਸ ਤਰ੍ਹਾਂ ਨਾਲ ਲਿਪੀ ਦਾ ਜਨਮ ਧੁਨੀਆਂ ਨੂੰ ਚਿੱਤਰਾਂ ਜਾਂ ਚਿੰਨ੍ਹਾਂ ਨਾਲ ਪ੍ਰਗਟ ਕਰਨ ਵਾਸਤੇ ਹੋਇਆ। ਲਿਪੀ ਦੀ ਕਲਾ ਮਨੁੱਖ ਦੀ ਸਭ ਤੋਂ ਵੱਡੀ ਕਾਢ ਹੈ। ਇਹ ਲਿਪੀ ਦੀ ਕਲਾ ਸਭ ਤੋਂ ਵੱਡੀ ਕਾਢ ਹੈ ਕਿਉਂਕਿ ਇਸ ਦੇ ਨਿਰਮਾਣ ਨਾਲ ਹੀ ਲਿਪੀ ਦਾ ਜਨਮ ਹੋਇਆ। ਜੇ ਲਿਪੀ ਨਾ ਹੁੰਦੀ ਤਾਂ ਮੂੰਹੋਂ ਵਿੱਚੋਂ ਨਿਕਲਣ ਵਾਲੇ ਬੋਲ ਜਿਹੜੇ ਸੀ ਉਹ ਝਟਪਟ ਹੀ ਖਤਮ ਹੋ ਜਾਣੇ ਸੀ, ਅਗਲੀ ਪੀੜ੍ਹੀ ਦੇ ਤੱਕ ਪਹੁੰਚਣੇ ਨਹੀਂ ਸੀ। ਇਸ ਲਈ ਪੀੜ੍ਹੀਆਂ ਤੱਕ ਇਹ ਗਿਆਨ ਸਾਡੇ ਤੱਕ ਨਾ ਪਹੁੰਚਦਾ ਜੇਕਰ ਇਹ ਲਿਪੀ ਦਾ ਜਨਮ ਨਾ ਹੋਇਆ ਹੁੰਦਾ ਜਾਂ ਇਸ ਦਾ ਲਿਖਤੀ ਰੂਪ ਦੇ ਵਿੱਚ ਵੇਰਵਾ ਪ੍ਰਾਪਤ ਨਾ ਹੋਇਆ ਹੁੰਦਾ। ਤਾਂ ਇਸ ਤਰ੍ਹਾਂ ਨਾਲ ਸੱਚਮੁੱਚ ਹੀ ਲਿਪੀ ਬਿਨਾ ਬੋਲੀ ਵੀ ਪਿੰਗਲੀ ਹੋਈ ਹੁੰਦੀ। ਇਹ ਲਿਪੀ ਜਿਹੜੀ ਸੀ ਖਤਮ ਹੋ ਜਾਂਦੀ, ਉੱਡ ਪੁੱਡ ਜਾਂਦੀ। ਇਹ ਗੱਲ ਹੋਰ ਵੀ ਹੈ, ਜਿਵੇਂ ਕਿ ਮੂੰਹ ਜ਼ਬਾਨੀ ਉਚਾਰੀ ਧੁਨੀ, ਉਹਨਾਂ ਦੇ ਅਰਥਾਂ ਦੇ ਦਰਮਿਆਨ ਜੇ ਰਿਸ਼ਤਾ ਹੁੰਦਾ ਹੈ ਉਹ ਆਪ ਹੁਦਰਾ ਹੁੰਦਾ ਹੈ, ਪਰ ਸਮਾਜਿਕ ਤੌਰ ਤੇ ਪ੍ਰਵਾਨ ਕਰ ਲਿਆ ਜਾਂਦਾ, ਸਮਾਜ ਦੇ ਵਿੱਚ ਇਸ ਨੂੰ ਗ੍ਰਹਿਣ ਕਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਭਾਸ਼ਾ ਧੁਨੀਆਂ ਤੇ ਲਿਪੀ ਚਿੰਨ੍ਹਾਂ ਦਾ ਆਪੋ ਵਿੱਚ ਰਿਸ਼ਤਾ ਵੀ ਆਪ ਹੁਦਰਾ ਹੁੰਦਾ ਹੈ। ਇਹਨਾਂ ਨੂੰ ਇਨ ਬਿਨ ਉਸੇ ਤਰ੍ਹਾਂ ਨਾਲ ਪਰੰਪਰਿਕ ਤੌਰ ਤੇ ਪ੍ਰਵਾਨ ਕੀਤਾ ਹੁੰਦਾ ਹੈ, ਉਹਨਾਂ ਨੂੰ ਮੂੰਹ ਚੜ੍ਹ ਕੇ ਬੋਲਿਆ ਜਾਂਦਾ ਹੈ। ਲਿਪੀ ਪੰਜਾਬੀ ਸਭਿਅਤਾ ਦੇ ਵਿਕਾਸ ਵਿੱਚ ਬੋਲੀ ਨੇ ਜਿੰਨਾ ਹਿੱਸਾ ਪਾਇਆ ਹੈ ਉਸ ਤੋਂ ਕਿਤੇ ਵੱਧ ਲਿਪੀ ਨੇ ਵੀ ਪਾਇਆ ਹੈ। ਜਿਸ ਤਰ੍ਹਾਂ ਬੋਲੀ ਦਾ ਵਿਕਾਸ ਹੋਇਆ ਉਸੇ ਤਰ੍ਹਾਂ ਹੀ ਲਿਪੀ ਦਾ ਵਿਕਾਸ ਹੋਇਆ। ਬੋਲੀ ਤਾਂ ਬੋਲਣਸਾਰ ਅਲੋਪ ਹੋ ਜਾਂਦੀ ਹੈ ਕਿਉਂਕਿ ਬੋਲੀ ਤਾਂ ਸਮੇਂ ਦੇ ਸਥਾਨ ਦੇ ਨਾਲ ਬਦਲ ਜਾਂਦੀ ਹੈ, ਪਰ ਲਿਪੀ ਸਮੇਂ ਦੇ ਸਥਾਨ ਤੋਂ ਆਜ਼ਾਦ ਹੁੰਦੀ ਹੈ। ਉਹ ਜਿੱਥੇ ਵੀ ਬੋਲੀ ਜਾਵੇ ਉਹਨੂੰ ਲਿਖਤੀ ਰੂਪ ਦੇ ਵਿੱਚ ਦੂਰ ਦੂਰ ਦੇ ਸਮਿਆਂ ਵਿੱਚ ਬੋਲੇ ਹੋਏ ਬੋਲ ਲਿਖਤੀ ਰੂਪ ਦੇ ਵਿੱਚ ਸਾਂਭ ਕੇ ਰੱਖੇ ਜਾ ਸਕਦੇ ਆ, ਸੁਰੱਖਿਅਤ ਰੱਖੇ ਜਾ ਸਕਦੇ ਨੇ। ਸੰਸਾਰ ਦੀਆਂ ਬਹੁਤ ਸਾਰੀਆਂ ਨਸ਼ਟ ਹੋਈਆਂ ਸਭਿਅਤਾਵਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ। ਕਿਉਂ? ਕਿਉਂਕਿ ਉਸ ਸਮੇਂ ਸਾਡੇ ਕੋਲ ਬੋਲ ਹੀ ਸਨ ਪਰ ਲਿਖਤੀ ਰੂਪ ਨਹੀਂ ਸੀ। ਜੇ ਅਗਰ ਲਿਖਤੀ ਰੂਪ ਹੁੰਦਾ ਤਾਂ ਸਾਡੇ ਕੋਲ ਬਹੁਤ ਸਾਰੀ ਸਮੱਗਰੀ ਸਾਹਿਤ ਦੀ ਉਹਨਾਂ ਦੀ ਵੀ ਪਈ ਹੁੰਦੀ, ਕਿਉਂਕਿ ਉਹ ਆਪੇ ਬਾਰੇ ਪਿੱਛੇ ਬਹੁਤ ਕੁਝ ਲਿਖਿਆ ਹੋਇਆ ਛੱਡ ਗਏ ਹਨ। ਇਹਨਾਂ ਅਰਥਾਂ ਨੂੰ ਲਿਖਣ ਲਈ ਜੋ ਕਲਾ ਅਪਣਾਈ ਗਈ ਉਹ ਲਿਪੀ ਹੈ, ਜਿਸ ਨੇ ਮਨੁੱਖੀ ਸਭਿਅਤਾ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ। ਚਾਹੇ ਉਹ ਮੌਰੀਆ ਕਾਲ ਹੈ, ਚਾਹੇ ਉਹ ਅੰਗਰੇਜ਼ੀ ਕਾਲ ਹੈ, ਚਾਹੇ ਮੁਗਲ ਕਾਲ ਹੈ, ਹਰ ਇੱਕ ਕਾਲ ਦੇ ਵਿੱਚ ਲਿਪੀ ਜਿਹੜੀ ਵਿਕਸਿਤ ਹੁੰਦੀ ਹੋਈ ਸਾਡੇ ਤੱਕ ਪਹੁੰਚੀ। ਪ੍ਰਚਲਿਤ ਲਿਪੀਆਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਲਿਪੀ ਦੀ ਕਾਢ ਤੋਂ ਪਹਿਲਾਂ ਪ੍ਰਾਚੀਨ ਮਨੁੱਖ ਨੇ ਆਪਣੇ ਦੂਰ ਬੈਠੇ ਸਾਖ ਸੰਬੰਧੀਆਂ ਨੂੰ ਸੁਨੇਹੇ ਘੱਲਣ ਲਈ ਕਈ ਤਰਲੇ ਲੈਂਦਾ ਸੀ। ਆਪਣੀ ਸੂਝ ਮੁਤਾਬਿਕ ਉਸਨੇ ਕਈ ਤਰ੍ਹਾਂ ਦੇ ਉਪਰਾਲੇ ਕਰਨੇ ਸ਼ੁਰੂ ਕੀਤੇ। ਪ੍ਰਾਚੀਨ ਮਨੁੱਖ ਨੇ ਪਹਿਲਾਂ ਤਾਂ ਦਿਲੀ ਭਾਵਾਂ ਨੂੰ ਦੂਰ ਭੇਜਣ ਲਈ ਖਿਲਰੀਆਂ ਚੀਜ਼ਾਂ ਨੂੰ ਵਰਤਣ ਦੀ ਜਾਚ ਸਿੱਖੀ। ਉਸਨੇ ਸੂਤਰ ਲਿਪੀ ਦੇ ਰਾਹੀਂ ਧਾਗੇ ਨੂੰ ਭਾਂਤ-ਭਾਂਤ ਦੇ ਰੰਗਾਂ ਦੇ ਰੰਗ ਕੇ ਤੇ ਉਸ ਨੂੰ ਮੋਗੇ ਦੇ ਮਣਕੇ ਬਣਾ ਕੇ ਸੁਨੇਹੇ ਭੇਜਣ ਦਾ ਕੰਮ ਕੀਤਾ, ਜੋ ਕਿ ਇੱਕ ਸੰਕੇਤ ਲਿਪੀ ਦਾ ਜਨਮ ਹੋਇਆ, ਸੰਕੇਤਾਂ ਦੇ ਰਾਹੀਂ। ਤਾਂ ਇਹ ਸੰਕੇਤ ਲਿਪੀ ਅੱਜ ਵੀ ਲਿਪੀ ਦੇ ਰੂਪ ਵਿੱਚ ਵਰਤੀ ਜਾਂਦੀ ਹੈ। ਤਾਂ ਸੂਤਕ ਲਿਪੀ ਦੇ ਵਿੱਚ ਜਨਮ ਹੋਇਆ। ਤਾਂ ਇਸੇ ਤਰ੍ਹਾਂ ਨਾਲ ਰੱਸੀਆਂ, ਧਾਗਿਆਂ ਤੇ ਬ੍ਰਿਖਾਂ ਦੀਆਂ ਛਿੱਲਾਂ ਨੂੰ ਗੰਢ ਦੇ ਕੇ ਉਹ ਸੁਨੇਹੇ ਭੇਜਣ ਲੱਗਾ, ਜਿਸ ਤੋਂ ਗੰਢ ਲਿਪੀ ਦਾ ਜਨਮ ਤੇ ਵਿਕਾਸ ਹੋਇਆ। ਇਸ ਨੂੰ ਗੰਢ ਲਿਪੀ ਕਿਹਾ ਜਾਂਦਾ ਹੈ। ਅੱਜ ਵੀ ਅਸੀਂ ਵਿਆਹ ਸ਼ਾਦੀਆਂ ਦੇ ਸਮੇਂ ਰਿਸ਼ਤੇਦਾਰਾਂ ਨੂੰ ਗੰਢਾਂ ਹੀ ਭੇਜਦੇ ਹਾਂ, ਵਰੇ ਗੰਢ ਵੀ ਮਨਾਉਂਦੇ ਹਾਂ। ਵਰੇ ਗੰਢ ਤੋਂ ਭਾਵ ਹੈ ਸਾਲਗਿਰਾ। ਤਾਂ ਇਸੇ ਤਰ੍ਹਾਂ ਨਾਲ ਵਿਆਹ ਦੇ ਸਮੇਂ ਜੋ ਗੱਠ 7 ਬੰਧਨਾਂ ਦੇ ਵਿੱਚ 7 ਫੇਰਿਆਂ ਦੇ ਸਮੇਂ ਮੁੰਡੇ ਕੁੜੀ ਦੀ ਗੱਠ ਜੋੜ ਕੀਤਾ ਜਾਂਦਾ ਹੈ, ਉਹ ਵੀ ਇੱਕ ਗੰਢ ਲਿਪੀ ਦਾ ਹੀ ਸੰਕੇਤ ਹੈ। ਸੰਕੇਤ ਤੋਂ ਭਾਵ ਦੁੱਖ ਸੁੱਖ ਜਿੱਤ ਹਾਰ, ਇਹਨਾਂ ਦੇ ਸੰਕੇਤ ਜਿਹੜੇ ਆ ਸਾਨੂੰ ਸੜਕਾਂ ਦੇ ਉੱਤੇ ਨਿਯਮ ਜਿਹੜੇ ਦਰਸਾਏ ਜਾਂਦੇ ਆ
ਉਹ ਵੀ ਇੱਕ ਸੜਕ ਉੱਤੇ ਚੱਲਣ ਦੇ ਸੰਕੇਤ ਦ੍ਰਿਸ਼ ਦੇ ਰੂਪ ਵਿੱਚ, ਚਿੱਤਰ ਦੇ ਰੂਪ ਵਿੱਚ ਦਰਸਾਏ ਜਾਂਦੇ ਆ, ਜੋ ਕਿ ਇੱਕ ਸੰਕੇਤ ਲਿਪੀ ਦਾ ਚਿੰਨ੍ਹ ਹੈ। ਇਹਨਾਂ ਨੂੰ ਲਿਪੀ ਨਹੀਂ ਕਿਹਾ ਜਾ ਸਕਦਾ, ਪਰ ਇਹ ਪੁਰਾਤਨ ਮਨੁੱਖ ਦੇ ਤਰਲੇ ਹਨ। ਸੱਚ ਤਾਂ ਇਹ ਹੈ ਕਿ ਆਦਿ ਮਨੁੱਖ ਦੇ ਦੂਰ ਸੰਚਾਰ ਦੇ ਲਈ ਇਹਨਾਂ ਦੀ ਵਰਤੋਂ ਕੀਤੀ, ਇਹਨਾਂ ਦੀ ਵਰਤੋਂ ਕਰਦਾ ਰਿਹਾ ਤੇ ਖੋਜਾਂ ਕੱਢੀਆਂ। ਇਹਨਾਂ ਖੋਜਾਂ ਦੇ ਰਾਹੀਂ ਅੱਜ ਵੀ ਇਹਨਾਂ ਲਿਪੀਆਂ ਦੀ ਵਰਤੋਂ ਖਾਸ ਤੌਰ ਤੇ ਭਾਸ਼ਾ ਦੇ ਰਾਹੀਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਅਸੀਂ ਪ੍ਰਤੀਕ ਕਹਿ ਦਿੰਦੇ ਆ, ਚਿੰਨ੍ਹ ਕਹਿ ਦਿੰਦੇ ਆ। ਜਿਨ੍ਹਾਂ ਦੇ ਰਾਹੀਂ ਵੀ ਇਹਨਾਂ ਨੂੰ ਵਰਤਿਆ ਜਾਣ ਲੱਗਾ। ਕਵੀਆਂ ਨੇ, ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇਹਨਾਂ ਦੀ ਖਾਸ ਤੌਰ ਤੇ ਵਰਤੋਂ ਕੀਤੀ ਹੈ ਕਿ ਉਹ ਕਿਹੜੀ ਗੱਲ ਨੂੰ ਕਿਸ ਪ੍ਰਤੀਕ ਦੇ ਨਾਲ ਕਹਿ ਰਹੇ ਆ। ਜਿਸ ਤਰ੍ਹਾਂ ਨਾਲ ਹਨੂਮਾਨ ਦੀ ਪੂਛ ਦੀ ਗੱਲ ਜੇ ਅਸੀਂ ਕਰੀਏ, ਪੁੱਛਲ ਲੋਕ ਵਾਨਰ ਸੈਨਾ ਦੀ ਗੱਲ ਕਰੀਏ, ਰਮਾਇਣ ਮਹਾਭਾਰਤ ਦੀ ਗੱਲ ਕਰੀਏ, ਮਿਥਕ ਕਥਾਵਾਂ ਦੀ ਗੱਲ ਕਰੀਏ, ਤਾਂ ਸਾਨੂੰ ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰਤੀਕ ਚਿੰਨ੍ਹ ਮਿਲ ਜਾਂਦੇ ਨੇ ਜੋ ਕਿ ਮਿਥਕ ਰੂਪ ਨੇ। ਤਾਂ ਲਿਪੀ ਦਾ ਸਹੀ ਅਰਥਾਂ ਵਿੱਚ ਮੁੱਢਲਾ ਰੂਪ ਚਿੱਤਰਾਂ ਤੇ ਤਸਵੀਰਾਂ ਤੋਂ ਸ਼ੁਰੂ ਹੁੰਦਾ ਹੈ। ਉਹ ਬਹੁਤ ਸਮਾਂ ਸੀ ਜਦੋਂ ਮਨੁੱਖ ਕਿਸੇ ਸ਼ੈ ਦੀ ਸ਼ਕਲ ਚਿੱਤਰਾਂ ਵਿੱਚ ਬਣਾ ਕੇ ਉਹ ਸ਼ੈ ਦਾ ਗਿਆਨ ਕਰਾਉਂਦਾ ਸੀ, ਤਸਵੀਰਾਂ ਵਿੱਚ ਹੀ ਬੋਲੀ ਨੂੰ ਲਿਖਦਾ ਸੀ। ਆਦਿ ਮਾਨਵ ਜਾਂ ਆਦਿ ਮਨੁੱਖ ਜਿਹੜਾ ਸੀ, ਚਿੱਤਰ ਲਿਪੀ ਦੇ ਰਾਹੀਂ ਵੀ ਆਪਣਾ ਦ੍ਰਿਸ਼ ਜਿਹੜਾ ਸੀ ਉਹ ਸਿਰਜਣ ਕਰਦਾ ਸੀ, ਦ੍ਰਿਸ਼ ਨੂੰ ਪੇਸ਼ ਕਰਦਾ ਸੀ, ਤਾਂ ਕਿ ਉਸ ਨੂੰ ਦੇਖ ਕੇ ਪ੍ਰੇਰਨਾ ਮਿਲ ਸਕੇ, ਸੰਕੇਤ ਮਿਲ ਸਕਣ। ਤਾਂ ਉਸ ਤੋਂ ਚਿੱਤਰ ਲਿਪੀ ਦਾ ਨਿਰਮਾਣ ਹੋਇਆ। ਤਾਂ ਤਸਵੀਰਾਂ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਆਦਿ ਮਨੁੱਖ ਦੇ ਪਹਾੜਾਂ ਦੀਆਂ ਕੰਧਾਂ ਤੇ ਗੁਫਾਵਾਂ ਵਿੱਚ ਰਹਿੰਦਾ ਸੀ, ਤਾਂ ਉੱਥੇ ਹੀ ਉਹ ਤਸਵੀਰਾਂ ਉਗੜ ਲੈਂਦਾ ਸੀ, ਜਿਨ੍ਹਾਂ ਦੇ ਵਿੱਚੋਂ ਸਾਨੂੰ ਦੇਵੀ ਦੇਵਤਿਆਂ ਦੇ ਚਿੱਤਰ ਬਣਾਏ ਹੋਏ ਵੀ ਮਿਲਦੇ ਆ, ਜਿਨ੍ਹਾਂ ਦੀ ਅਸੀਂ ਅੱਜ ਪੂਜਾ, ਮੂਰਤੀ ਪੂਜਾ ਦੇ ਰੂਪ ਵਿੱਚ ਕਰ ਰਹੇ ਹਾਂ। ਸੋਹਣੇ ਸੋਹਣੇ ਪਸ਼ੂ ਪੰਛੀਆਂ ਦੀਆਂ ਤਸਵੀਰਾਂ ਬਣਾਈਆਂ ਵੀ ਮਿਲ ਜਾਂਦੀਆਂ ਨੇ। ਅੱਜ ਕੱਲ੍ਹ ਤੋਂ 12,000 ਸਾਲ ਪਹਿਲਾਂ, ਸ਼ਾਇਦ ਹੀ ਕੋਈ ਢੇਰ ਚਿਰ ਪਹਿਲਾਂ, ਗੁਫਾ ਚਿੱਤਰ ਯੂਰਪ ਤੇ ਅਫਰੀਕਾ ਵਿੱਚੋਂ ਮਿਲਦੇ ਹਨ। ਅਮਰੀਕਾ ਦੇ ਮੂਲ ਨਿਵਾਸੀ ਰੈੱਡ ਇੰਡੀਅਨ ਵੀ ਪੁਰਾਣੇ ਜ਼ਮਾਨੇ 'ਚ ਭਾਂਤ ਦੀਆਂ ਤਸਵੀਰਾਂ ਦੇ ਪੱਥਰ ਉੱਤੇ ਉਕਰਦੇ ਕਰਦੇ ਸਨ। ਮਤਲਬ ਉਦੋਂ ਕੋਈ ਕਾਗਜ਼ ਦਾ ਜਨਮ ਨਹੀਂ ਸੀ ਹੋਇਆ, ਕਾਗਜ਼ ਦਾ ਵਿਕਾਸ ਨਹੀਂ ਸੀ ਹੋਇਆ। ਜ਼ਿਆਦਾਤਰ ਉਹ ਪੱਥਰਾਂ ਉੱਤੇ ਆਪਣੀ ਇਹ ਲਿਪੀ ਜਿਹੜੀ ਸੀ ਉਹਨੂੰ ਲੀਕ ਦਿੰਦੇ ਸੀ, ਪੱਥਰਾਂ ਦੇ ਉੱਤੇ ਇਹਨੂੰ ਲਿਖ ਦਿੰਦੇ ਸੀ। ਤਾਂ ਇਸ ਤਰ੍ਹਾਂ ਨਾਲ ਲਿਪੀ ਹੋਂਦ ਵਿੱਚ ਆਣੀ ਸ਼ੁਰੂ ਹੋਈ ਅੱਗੇ ਜਾ ਕੇ। ਸ਼ਾਇਦ ਹੀ ਕੋਈ ਸੋਝ ਭਾਵਨਾ ਹੋਵੇ, ਚਾਹੇ ਧਾਰਮਿਕ ਕਿਰਿਆਵਾਂ ਹੋਵੇ, ਜਾਦੂ ਟੂਣੇ ਨੂੰ ਮੰਨਣਾ ਹੋਵੇ। ਨਿਸ਼ਚਿਤ ਤੌਰ ਵਾਲੀ ਗੱਲ ਇਹ ਹੈ ਕਿ ਗੁਫਾ ਚਿੱਤਰ ਤੇ ਸੋਝ ਤਸਵੀਰਾਂ ਸੰਚਾਰ ਦੇ, ਸਮਾਚਾਰ ਦੇ ਅਤੀ ਪ੍ਰਾਚੀਨ ਨਮੂਨੇ ਜਿਹੜੇ ਆ ਸਾਨੂੰ ਆਦਿ ਮਨੁੱਖ ਦੇ ਸਮੇਂ ਮਿਲਦੇ ਆ। ਬਹੁਤ ਪੁਰਾਣੇ ਪੱਥਰ ਯੁੱਗ ਵਿੱਚ ਪ੍ਰਾਪਤ ਇਸ ਆਦਿਮ ਚਿੱਤਰ ਲਿਪੀ ਤੇ ਲਿਖਣ ਕਲਾ ਦੇ ਮੋਹਰੀ ਹਨ। ਵਿਦਵਾਨਾਂ ਨੇ ਇਹਨਾਂ ਨੂੰ ਚਿੱਤਰ ਲਿਪੀ ਦੇ ਨਮੂਨੇ ਵੀ ਕਿਹਾ ਹੈ। ਚਿੱਤਰ ਲਿਪੀ ਦੇ ਨਮੂਨਿਆਂ ਦੇ ਵਿੱਚ ਸਾਨੂੰ ਆਦਿ ਮਨੁੱਖ ਦੇ ਖੁਦ ਦੇ ਚਿੱਤਰ ਵੀ ਮਿਲ ਜਾਂਦੇ ਨੇ, ਜਿਨ੍ਹਾਂ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਬਹਾਦਰੀ, ਪਿਆਰ, ਨਫ਼ਰਤ, ਸੂਖਮ ਭਾਵਾਂ ਦੇ ਰੂਪ ਜਿਹੜੇ ਆ, ਉਹਨਾਂ ਦੇ ਰੂਪਾਂ ਤੋਂ, ਉਨਤਾਈਆਂ ਗਈਆਂ ਦ੍ਰਿਸ਼ਾਂ ਤੋਂ ਸਾਨੂੰ ਉਸਦੇ ਭਾਵਾਂ ਬਾਰੇ, ਉਸਦੇ ਪ੍ਰਚਲਿਤ ਸੂਖਮ ਅਰਥਾਂ ਨੂੰ ਜ਼ਾਹਰ ਕਰਨ ਲੱਗੇ, ਉਹਨਾਂ ਦੇ ਮਨੋਭਾਵ ਉਜਾਗਰ ਹੋਣ ਲੱਗੇ। ਤਾਂ ਇਸੇ ਤਰ੍ਹਾਂ ਨਾਲ ਲਿਪੀ ਦਾ ਵਿਕਾਸ ਹੋਂਦ ਵਿੱਚ ਆਉਣਾ ਸ਼ੁਰੂ ਹੋਇਆ। ਭਾਵ ਲਿਪੀ ਦਾ ਅਗਲਾ ਰੂਪ ਹੈ ਸ਼ਬਦ। ਤਾਂ ਵਿਕਾਸ ਚਿੱਤਰ ਲਿਪੀ ਨੂੰ ਪੂਰਾ ਚਿੱਤਰ ਦੀ ਇਕਾਈ ਦੇ ਭਾਵ ਲਿਪੀ ਵਿੱਚ ਪੂਰਾ ਚਿੱਤਰ ਨਾ ਰਹਿ ਕੇ ਸੰਕੇਤ ਚਿੱਤਰ ਬਣ ਗਿਆ। ਸ਼ਬਦ ਮੂਲਿਕ ਲਿਪੀ ਦੇ ਵਿੱਚ ਪੂਰਾ ਲਿਪੀ ਚਿੰਨ੍ਹ ਇਕਾਈ ਦੇ ਰੂਪ ਵਿੱਚ ਜਨਮ ਹੋਇਆ। ਤਾਂ ਇਸ ਤਰ੍ਹਾਂ ਨਾਲ ਇਸ ਨੂੰ ਚੀਨੀ ਲਿਪੀ ਵਿੱਚ ਪੂਰੇ ਦੇ ਪੂਰੇ ਸ਼ਬਦਾਂ ਨੂੰ ਪੂਰੀ ਲਿਪੀ ਦੇ ਚਿੰਨ੍ਹ ਵੀ ਕਹਿ ਸਕਦੇ ਹਾਂ। ਮੈਸੋਪੋਟਾਮੀਆ ਅਤੇ ਮਿਸਰ ਦੀਆਂ ਪ੍ਰਾਚੀਨ ਲਿਪੀਆਂ ਵੀ ਸ਼ਬਦ ਮੂਲਿਕ ਲਿਪੀਆਂ ਵਿੱਚ ਆਉਂਦੀਆਂ ਹਨ। ਤਾਂ ਸ਼ਬਦ ਮੂਲਿਕ ਲਿਪੀ ਤੋਂ ਅੱਗੇ ਲਿਪੀ ਦੀ ਯਾਤਰਾ ਦਾ ਇੱਕ ਹੋਰ ਪੜਾਅ ਵੀ ਮਿਲਦਾ ਹੈ, ਜਿਸ ਵਿੱਚ ਸਾਨੂੰ ਉਚਾਰ ਖੰਡੀ ਲਿਪੀ ਦਾ ਪੜਾਅ ਹੈ, ਜਿਸ ਵਿੱਚ ਉਚਾਰਨ ਵਾਲੇ ਸਹਿਜੇ ਨਾਲ ਜਿਸ ਵਿੱਚ ਉਚਾਰਨ ਕੀਤਾ ਜਾਂਦਾ ਸੀ। ਲਿਪੀ ਨੂੰ ਉਚਾਰਨ ਸਮੇਂ ਕਿਹੜੀਆਂ ਧੁਨੀਆਂ ਵਰਤੀਆਂ ਜਾਂਦੀਆਂ ਸਨ, ਉਹਨਾਂ ਨੂੰ ਵਰਤਣ ਦੇ ਢੰਗ ਜਿਹੜੇ ਸੀ ਉਹ ਇਸ ਲਿਪੀ ਦੇ ਰਾਹੀਂ ਦਰਸਾਏ ਜਾਂਦੇ ਸੀ, ਜਿੱਥੋਂ ਉਚਾਰ ਖੰਡੀ ਲਿਪੀ ਦਾ ਜਨਮ ਹੋਇਆ। ਤਾਂ ਭਾਰਤੀ ਲਿਪੀਆਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸੰਸਾਰ ਦੇ ਲਗਭਗ 400 ਲਿਪੀਆਂ ਦੀ ਵਰਤੋਂ ਹੁੰਦੀ ਆਈ ਹੈ, ਜਿਨ੍ਹਾਂ ਦੇ ਵਿੱਚੋਂ ਮਿਸਰੀ ਲਿਪੀ ਹੈ, ਅਰਬੀ ਲਿਪੀ ਹੈ, ਯੂਨਾਨੀ ਲਿਪੀ ਹੈ, ਚੀਨੀ ਲਿਪੀ ਹੈ, ਰੋਮਨ ਲਿਪੀ ਹੈ, ਬ੍ਰਹਮ ਲਿਪੀ ਹੈ। ਇਹ ਪ੍ਰਸਿੱਧ ਲਿਪੀਆਂ ਦੇ ਨਾਮ ਲਏ ਜਾ ਸਕਦੇ ਨੇ। ਭਾਰਤ ਵਿੱਚ ਵੀ 5000 ਸਾਲ ਤੋਂ ਲਿਖਣ ਦੀ ਕਲਾ ਦਾ ਥੋਹ ਪਤਾ ਲੱਗਦਾ ਹੈ, ਜੋ ਕਿ ਸਾਨੂੰ 2500 ਸਾਲਾਂ ਤੋਂ ਬ੍ਰਹਮ ਲਿਪੀ ਦੇ ਲਿਖੇ ਹੋਏ ਜਿਹੜੇ ਸੈਂਕੜੇ ਪੱਥਰ
ਲੇਖ ਮਿਲਦੇ ਹਨ। ਮਹਿੰਜੋਦੜੋ ਅਤੇ ਹੜੱਪਾ ਦੀਆਂ ਥਾਵਾਂ ਦੇ ਥਿਆਂ ਉੱਤੇ 5000 ਸਾਲ ਪੁਰਾਣੀਆਂ ਦੇਵ ਮੂਰਤੀਆਂ ਤੇ ਠਿਕਰੀਆਂ ਤੇ ਉਕਰੇ ਹੋਏ ਬੋਲਦ, ਸ਼ੇਰ ਆਦਿ ਦੇ ਸਿੰਧੂ ਲਿਪੀ ਦੇ ਪੂਰੇ ਪੜ੍ਹੀ ਨਾ ਜਾਣ ਵਾਲੀ ਲਿਪੀ ਦੇ ਬਹੁਤ ਸਾਰੇ ਰੂਪ ਖੁਦਵੇਂ ਰੂਪ ਦੇ ਵਿੱਚ ਸਾਨੂੰ ਮਿਲ ਜਾਂਦੇ ਨੇ। ਬ੍ਰਹਮ ਲਿਪੀ ਤੇ ਖਰੋਸਟੀ ਲਿਪੀ ਜੋ ਕਿ ਖੱਬੇ ਤੋਂ ਸੱਜੇ ਵਾਲੇ ਪਾਸੇ ਵੱਲ ਲਿਖੀ ਜਾਂਦੀ ਸੀ, ਇਹ ਲਿਪੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ, ਜਿਵੇਂ ਕਿ ਅੱਜ ਕੱਲ੍ਹ ਫਾਰਸੀ ਤੇ ਉਰਦੂ ਲਿਖੀਆਂ ਜਾਂਦੀਆਂ ਹਨ। ਖਰੋਸਟੀ 3 ਸਦੀ ਈਸਵੀ ਤੋਂ ਬਾਅਦ ਖਤਮ ਹੋ ਗਈ ਤੇ ਬ੍ਰਹਮ ਪ੍ਰਚਲਿਤ ਰਹਿ ਕੇ ਵੀ ਵਿਕਾਸ ਕਰਦੀ ਰਹੀ। ਤਾਂ ਇਸ ਤਰ੍ਹਾਂ ਨਾਲ ਭਾਰਤ ਦੇ ਵਿੱਚ ਸਭ ਤੋਂ ਪੁਰਾਣੀ ਲਿਪੀ ਦਾ ਨਾਮ ਅਸੀਂ ਬ੍ਰਹਮ ਲਿਪੀ ਨੂੰ ਦਿੰਦੇ ਹਾਂ, ਕਿਉਂਕਿ ਬ੍ਰਹਮ ਲਿਪੀ ਤੋਂ ਹੀ ਇਹ ਵਿਕਸਿਤ ਹੁੰਦੀ ਹੋਈ ਸਾਡੀ ਗੁਰਮੁਖੀ ਲਿਪੀ ਪ੍ਰਾਪਤ ਹੁੰਦੀ ਹੈ। ਬ੍ਰਹਮ ਤੋਂ ਹੀ ਪਹਿਲਾ ਭਾਵ ਸਿੰਧੂ ਲਿਪੀ ਦਾ ਜ਼ਿਕਰ ਹੁੰਦਾ ਹੈ, ਉਸ ਨੂੰ ਅਜੇ ਤੱਕ ਪੜ੍ਹਿਆ ਨਹੀਂ ਜਾ ਸਕਿਆ, ਪਰ ਬ੍ਰਹਮੀ ਇਤਿਹਾਸਿਕ ਤੌਰ ਤੇ ਪ੍ਰਮਾਣਿਕ ਲਿਪੀ ਹੈ। ਬ੍ਰਹਮ ਲਿਪੀ ਦੀ ਛੁੱਟ ਪੁੱਟ ਨਿਸ਼ਾਨੀਆਂ ਭਾਵੇਂ ਕਾਫੀ ਪੁਰਾਣੇ ਸਮੇਂ ਵਿੱਚ ਉਪਲਬਧ ਹੁੰਦੀਆਂ ਨੇ, ਪਰ ਅੱਜ ਤੋਂ ਕੋਈ 2500 ਸਾਲ ਪਹਿਲਾਂ 3 ਸਦੀ ਈਸਾ ਪੂਰਵਕ ਅਸ਼ੋਕ ਸਾਮਰਾਜ ਦੇ ਸਮੇਂ ਇਹ ਦੇਸ਼ ਦੇ ਸ਼ਿਲਾ ਲੇਖਾਂ ਵਿੱਚੋਂ ਬ੍ਰਹਮ ਲਿਪੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਇਹ ਗਵਾਹੀ ਭਰਦੀਆਂ ਨੇ ਕਿ ਬ੍ਰਹਮ ਲਿਪੀ ਜਿਹੜੀ ਹੈ ਅਸ਼ੋਕ ਦੇ ਸ਼ਿਲਾ ਲੇਖਾਂ ਦੇ ਵਿੱਚ ਉਲੀਕੀ ਹੋਈ ਮਿਲ ਜਾਂਦੀ ਹੈ। ਤਾਂ ਬੰਗਾਲ ਦੀ ਖਾੜੀ ਤੋਂ ਲੈ ਕੇ ਪੱਛਮ ਤੱਕ ਅਰਬ ਸਾਗਰ ਦੇ ਕੰਢਿਆਂ ਤੱਕ ਇਹ ਲਿਪੀ ਫੈਲੀ ਹੋਈ ਹੈ। ਪੱਛਮ ਤੇ ਉੱਤਰ ਵਿੱਚ ਵੀ ਤੇ ਉੱਤਰ ਤੋਂ ਪਹਾੜੀ ਇਲਾਕਿਆਂ ਵਿੱਚ ਵੀ ਬ੍ਰਹਮ ਲਿਪੀ ਦੇ ਬਹੁਤ ਸਾਰੇ ਨਾਮੋ ਨਿਸ਼ਾਨ ਜਿਹੜੇ ਮਿਲ ਜਾਂਦੇ ਨੇ। ਇਹਨਾਂ ਦਾ ਸ਼ਿਲਾ ਲੇਖਾਂ ਦੀ ਭਾਸ਼ਾ ਜਿਹੜੀ ਹੈ ਪਾਲੀ ਪ੍ਰਾਕ੍ਰਿਤਿਕ, ਜੋ ਕਿ ਵੈਦਿਕ ਸੰਸਕ੍ਰਿਤ ਦੇ ਅਗਲੇ ਪੜਾਅ ਦੀ ਭਾਸ਼ਾ ਹੈ। ਪਾਲੀ ਬੁੱਧ ਧਰਮ ਦੀ ਭਾਸ਼ਾ ਹੈ ਤੇ ਅਸ਼ੋਕੀ ਸ਼ਿਲਾ ਲੇਖ ਦੀ ਪ੍ਰਾਕ੍ਰਿਤਿਕ ਭਾਸ਼ਾ ਦੇ ਇਲਾਕੇ ਦੇ ਅਨੁਸਾਰ ਥੋੜਾ ਜਿਹਾ ਫਰਕ ਨਜ਼ਰ ਆਉਂਦਾ ਹੈ। ਅਸ਼ੋਕ ਦੇ ਰਾਜਕਾਲ ਵਿੱਚ ਸਮੁੱਚੇ ਭਾਰਤ ਵਿੱਚ ਬ੍ਰਹਮ ਲਿਪੀ ਹੀ ਪ੍ਰਚਲਿਤ ਸੀ, ਪਰ ਪੱਛਮ ਤੇ ਉੱਤਰ ਦੇ ਸਥਾਨਾਂ ਦੇ ਵਿੱਚ ਖਰੋਸਟੀ ਲਿਪੀ ਦਾ ਪ੍ਰਯੋਗ ਹੋਇਆ। ਇਸ ਲਈ ਬ੍ਰਹਮ ਲਿਪੀ, ਗੁਰਮੁਖੀ ਲਿਪੀ, ਨਾਗਰੀ ਆਦਿ ਸਾਰੀਆਂ ਭਾਰਤੀ ਲਿਪੀਆਂ ਦੀ ਜਨਮਦਾਤੀ ਮੰਨੀ ਜਾਂਦੀ ਹੈ ਕਿ ਬ੍ਰਹਮ ਲਿਪੀ ਤੋਂ ਹੀ ਸਾਰੀਆਂ ਲਿਪੀਆਂ ਦਾ ਜਨਮ ਹੋਇਆ। ਇਸ ਲਈ ਬ੍ਰਹਮ ਲਿਪੀ ਸਾਰੀਆਂ ਲਿਪੀਆਂ ਦੀ ਮਾਂ ਕਹੀ ਜਾ ਸਕਦੀ ਹੈ। ਤਾਂ ਅਸ਼ੋਕ ਦੀ ਬ੍ਰਹਮ ਲਿਪੀ ਦੇ ਕੁੱਲ 39 ਅੱਖਰ ਸੰਕੇਤ ਹਨ ਤੇ ਇਹ ਅੱਖਰ ਬਹੁਤ ਘੱਟ ਹਨ ਅਤੇ ਬ੍ਰਹਮ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਪਾਸੇ ਨੂੰ ਲਿਖੀ ਜਾਂਦੀ ਹੈ। ਅਸ਼ੋਕ ਤੋਂ ਬਾਅਦ ਜਿਵੇਂ ਸਮਾਂ ਬੀਤਦਾ ਗਿਆ ਇਹ ਬ੍ਰਹਮ ਤਬਦੀਲੀ ਆਉਂਦੀ ਗਈ ਤਾਂ ਬ੍ਰਹਮ ਲਿਪੀ ਹੌਲੀ ਭਾਰਤ ਦੀਆਂ ਅਨੇਕਾਂ ਪ੍ਰਾਂਤਿਕ ਲਿਪੀਆਂ ਵਿਕਸਿਤ ਹੋਈਆਂ। ਅੱਜ ਕੱਲ੍ਹ ਇਹ ਜਾਰੀ ਹਨ। ਬ੍ਰਹਮੀ ਤੋਂ ਉੱਤਰੀ ਸ਼ੈਲੀ ਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ। ਉੱਤਰੀ ਸ਼ੈਲੀ ਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈਆਂ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ। ਸ਼ਾਰਦਾ ਲਿਪੀ ਦੇ ਕਿਸੇ ਪ੍ਰਾਚੀਨ ਲਿਪੀ ਰੂਪ ਤੋਂ ਗੁਰਮੁਖੀ ਦੀ ਉਤਪਤੀ ਹੋਈ। ਸ਼ਾਰਦਾ ਤੋਂ ਭਾਵ ਹੈ ਸਰਸਵਤੀ ਮਾਤਾ ਵਿੱਚ ਸ਼ਰਧਾ ਰੱਖਣ ਵਾਲੇ ਲੋਕ। ਇਹ ਲਿਪੀ ਜਿਹੜੀ ਸੀ ਉਹਨਾਂ ਦੇ ਕਬੀਲੇ ਵਿੱਚ ਬੋਲੀ ਜਾਣ ਲੱਗੀ, ਤਾਂ ਕਰਕੇ ਉਹਨਾਂ ਨੇ ਆਪਣੀ ਮਾਤਾ ਦੇ ਉਪਾਸਕ ਹੋਣ ਕਰਕੇ ਇਸ ਲਿਪੀ ਦਾ ਨਾਮ ਸ਼ਾਰਦਾ ਲਿਪੀ ਰੱਖ ਦਿੱਤਾ। ਤਾਂ ਸ਼ਾਰਦਾ ਲਿਪੀ ਦੇ ਵਿੱਚੋਂ ਵੀ ਬਹੁਤ ਸਾਰੇ ਅੱਖਰ ਜਿਹੜੇ ਆ ਉਹ ਗੁਰਮੁਖੀ ਦੇ ਵਿੱਚ ਜੋੜੇ ਗਏ, ਬ੍ਰਹਮ ਲਿਪੀ ਤੋਂ ਤੇ ਸ਼ਾਰਦਾ ਲਿਪੀ ਤੋਂ। ਤਾਂ ਇਸ ਤਰ੍ਹਾਂ ਨਾਲ ਸ਼ਾਰਦਾ ਲਿਪੀ ਤੋਂ ਦੇਵਨਾਗਰੀ, ਬੰਗਲਾ, ਕੈਥੀ, ਗੁਰਮੁਖੀ, ਮੋੜੀ, ਗੁਜਰਾਤੀ, ਤੇਲਗੂ ਆਦਿ ਬਹੁਤ ਸਾਰੀਆਂ ਉਪ ਲਿਪੀਆਂ ਜਿਹੜੀਆਂ ਸੀ ਉਹ ਵਿਕਸਿਤ ਹੋਣ ਲੱਗੀਆਂ। ਤਾਂ ਸ਼ਾਰਦਾ ਲਿਪੀ ਦੇ ਵਿੱਚ ਸਾਨੂੰ ਸਭ ਤੋਂ ਪਹਿਲੇ ਜਿਹੜੇ ਰਾਜਤ ਘਰਾਣਿਆਂ ਦੇ ਵਿੱਚ ਤਾਂ ਜ਼ਿਆਦਾਤਰ ਲੋਕ ਰਾਜੇ ਮਹਾਰਾਜਿਆਂ ਦੇ ਸਮੇਂ ਦੇ ਵਿੱਚ ਇਹ ਲਿਪੀ ਦੇ ਰੂਪ ਜਿਹੜੇ ਸਾਨੂੰ ਨਾ ਤਾਂ ਕੇਵਲ ਕਸ਼ਮੀਰ ਤੇ ਪੰਜਾਬ ਵਿੱਚ ਹੀ ਹੋਈ, ਸਗੋਂ ਇਹ ਜੰਮੂ, ਚੰਬਾ, ਕਾਂਗੜਾ, ਹਰਿਆਣਾ ਦੇ ਪ੍ਰਦੇਸ਼ਾਂ ਦੇ ਵਿੱਚ ਵੀ ਵਰਤੀ ਜਾਣ ਲੱਗੀ। ਤਾਂ ਸ਼ਾਰਦਾ ਲਿਪੀ ਦਾ ਵਿਕਾਸ ਇਸ ਤਰ੍ਹਾਂ ਨਾਲ ਹੁੰਦਾ ਗਿਆ। ਤਾਂ ਬ੍ਰਹਮ ਲਿਪੀ ਦੇ ਪਰਿਵਾਰ ਦਾ ਰੇਖਾ ਚਿੱਤਰ ਦੇ ਰਾਹੀਂ ਅਸੀਂ ਦਰਸਾ ਸਕਦੇ ਹਾਂ ਕਿ ਬ੍ਰਹਮ ਲਿਪੀ ਜਿਹੜੀ ਹੈ ਉੱਤਰ ਸ਼ੈਲੀ, ਗੁਪਤ ਲਿਪੀ, ਕੁਟਲ ਲਿਪੀ। ਤਾਂ ਕੁਟਿਲ ਲਿਪੀ ਤੋਂ ਦੇਵਨਾਗਰੀ ਲਿਪੀ ਦਾ ਜਨਮ ਹੋਇਆ ਤੇ ਸ਼ਾਰਦਾ ਦੇ ਅੱਗੋਂ ਇਸ ਨੂੰ ਵੱਖਰੇ ਰੂਪਾਂ ਦੇ ਵਿੱਚ ਲੰਡੇ ਅੱਖਰ, ਟਾਕਰੀ, ਅਰਧਨਾਗਰੀ ਤੇ ਗੁਰਮੁਖੀ ਦਾ ਜਨਮ ਹੋਇਆ। ਤਾਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਲਿਪੀ ਜਿਹੜੀ ਹੈ ਉਹ ਸ਼ਾਰਦਾ, ਟਾਕਰੀ, ਲੰਡੇ ਅੱਖਰ, ਸਿੱਧ ਮਾਤ੍ਰਿਕਾ ਤੇ ਗੁਰਮੁਖੀ ਇਹ ਪ੍ਰਚਲਿਤ ਰਹੀਆਂ।
ਸ਼ਾਰਦਾ ਦਾ ਖੇਤਰ ਕਸ਼ਮੀਰ ਤੋਂ ਪੰਜਾਬ ਤੱਕ ਦਾ ਸੀ। ਉਸੇ ਵਿੱਚੋਂ ਹੀ ਨਵੀਨ ਸ਼ਾਰਦਾ ਉਤਪੰਨ ਹੋਈ ਜੋ ਹੁਣ ਤੱਕ ਕਸ਼ਮੀਰ ਵਿੱਚ ਚਾਲੂ ਹੈ। ਹੁਣ ਕਸ਼ਮੀਰ ਵਿੱਚ ਸ਼ਾਰਦਾ ਦੀ ਥਾਂ ਤੇ ਉਰਦੂ ਲਿਪੀ ਨੇ ਮੰਨ ਲਈ ਹੈ, ਕਿਉਂਕਿ ਹੁਣ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਲਿਪੀ ਉਰਦੂ ਦੇ ਰੂਪ ਵਿੱਚ ਪ੍ਰਚਲਿਤ ਹੋ ਗਈ ਹੈ। ਤਾਂ ਟਾਕਰੀ ਲਿਪੀ ਕਾਂਗੜਾ ਤੇ ਜੰਮੂ ਕਸ਼ਮੀਰ ਦੇ ਪ੍ਰਦੇਸ਼ਾਂ ਵਿੱਚ ਪ੍ਰਚਲਿਤ ਸੀ। ਹੁਣ ਇਸ ਨੂੰ ਤਿਆਗ ਦਿੱਤਾ ਗਿਆ ਹੈ। ਉਸ ਦੀ ਥਾਂ ਦੇਵਨਾਗਰੀ ਲਿਪੀ ਨੇ ਲੈ ਲਈ ਹੈ। ਹਿਮਾਚਲ ਪ੍ਰਦੇਸ਼ਾਂ 'ਚ ਲੰਡੇ, ਮਹਾਜਨੀ ਅਤੇ ਸਰਾਫੀ ਆਦਿ ਲਿਪੀਆਂ, ਇਹਨਾਂ ਦੀ ਵਰਤੋਂ ਵਪਾਰੀਆਂ ਨੇ ਵਹੀ ਖਾਤਿਆਂ ਦੇ ਵਿੱਚ ਕੀਤੀ ਜਾਣ ਲੱਗ ਪਈ। ਉਹਨਾਂ ਦੀ ਵਰਤੋਂ ਉੱਥੋਂ ਤੱਕ ਹੀ ਸੀਮਿਤ ਸੀ। ਅਰਧਨਾਗਰੀ ਤੇ ਭੱਟ ਅਸ਼ਰੀ ਆਦਿ ਦੇ ਕਈ ਚਿੰਨ੍ਹ ਜਿਹੜੇ ਆ ਅੱਜ ਵੀ ਬਕਾਇਦਾ ਨਹੀਂ ਹਨ। ਸਿਰਫ ਗੁਰਮੁਖੀ ਹੀ ਬਚੀ ਹੈ, ਜਿਸ ਦਾ ਵਿਕਾਸ ਤੇ ਨਿਕਾਸ ਜਿਹੜਾ ਹੈ ਪੂਰਨ ਰੂਪ ਦੇ ਵਿੱਚ ਗੁਰੂਆਂ ਦੁਆਰਾ ਅੱਗੇ ਵਧਿਆ। ਪੁਰਾਤਨ ਸਮੇਂ ਤੋਂ ਬ੍ਰਹਮ ਲਿਪੀ, ਸ਼ਾਰਦਾ ਲਿਪੀ ਤੇ ਟਾਕਰੀ ਲਿਪੀ ਤੋਂ ਹੁੰਦੀ ਹੋਈ ਇਹ ਗੁਰਮੁਖੀ ਲਿਪੀ ਜਿਹੜੀ ਹੈ, ਇਸ ਦਾ ਨਾਮ ਜਿਹੜਾ ਗੁਰਮੁਖੀ, ਇਹ ਗੁਰੂਆਂ ਦੇ ਕਾਲ ਤੋਂ ਪਿਆ। ਗੁਰੂ ਪਲੱਸ ਮੁਖ, ਗੁਰੂ ਦੇ ਮੁਖ ਵਿੱਚੋਂ ਨਿਕਲੀ ਆਵਾਜ਼, ਗੁਰੂ ਦੇ ਮੁਖ ਵਿੱਚੋਂ ਨਿਕਲੀ ਆਵਾਜ਼ ਜਾਂ ਗੁਰੂ ਦੇ ਮੁਖ ਵਿੱਚੋਂ ਉਚਾਰਨ ਕੀਤੇ ਗਏ ਅੱਖਰ, ਤਾਂ ਇਸ ਦਾ ਨਾਮ ਪ੍ਰਚਲਿਤ ਹੋ ਗਿਆ ਗੁਰਮੁਖੀ। ਗੁਰੂਆਂ ਤੋਂ ਵੀ ਪਹਿਲਾਂ ਇਹ ਲਿਪੀ ਵਿਕਸਿਤ ਹੋ ਚੁੱਕੀ ਸੀ, ਪਰ ਇਸ ਦੀ ਵਰਤੋਂ ਜਿਹੜੀ ਹੈ ਗੁਰਮਤਿ ਕਾਵਿ ਦੇ ਵਿੱਚ ਗੁਰੂਆਂ ਦੇ ਦੁਆਰਾ ਕੀਤਾ ਗਿਆ। ਗੁਰਮਤਿ ਕਾਵਿ ਦੇ ਵਿੱਚ ਗੁਰੂਆਂ ਦੁਆਰਾ ਇਸ ਲਿਪੀ ਨੂੰ ਅਪਣਾਇਆ ਗਿਆ ਤੇ ਇਸ ਦਾ ਵਿਕਾਸ ਜਿਹੜਾ ਸੀ ਹੱਦ ਤੱਕ ਅੱਗੇ ਵਧ ਗਿਆ। ਤਾਂ ਇਸ ਤਰ੍ਹਾਂ ਨਾਲ ਇਹ ਗੁਰਮੁਖੀ ਲਿਪੀ ਦਾ ਨਿਕਾਸ, ਜਨਮ ਦੇ ਲਈ ਬਹੁਤ ਸਾਰੇ ਮਤ ਬਣਦੇ ਨੇ ਕਿ ਇਸ ਦਾ ਜਨਮ ਜਿਹੜਾ ਹੈ ਉਹ ਗੁਰੂਆਂ ਦੇ ਕਾਲ ਵਿੱਚ ਹੋਇਆ। ਬਹੁਤ ਸਾਰੇ ਮਤ ਮੰਨਦੇ ਨੇ ਕਿ ਇਸ ਦਾ ਜਨਮ ਬਾਬਾ ਮੋਹਨ ਸਿੰਘ ਵਾਲੀ ਪੋਥੀ ਦੇ ਵਿੱਚੋਂ ਮਿਲਦਾ ਹੈ। ਤਾਂ ਇਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਦੀ ਵਰਤੋਂ ਤਾਂ ਸਿਰਫ ਗੁਰੂਆਂ ਨੇ ਕੀਤੀ ਹੈ। ਤਾਂ ਇਸ ਦਾ ਜਨਮ ਜੋ ਸੀ ਉਹ ਉਸकी ਬਹੁਤ ਸਾਲ ਪਹਿਲਾਂ ਹੋ ਚੁੱਕਾ ਸੀ। ਇਸ ਦੀ ਵਰਤੋਂ ਜਿਹੜੀ ਹੈ ਉਹ ਗੁਰੂਆਂ ਨੇ ਆਪਣੀ ਬਾਣੀ ਦੇ ਵਿੱਚ ਕਰਨੀ ਸ਼ੁਰੂ ਕੀਤੀ, ਜਿਸ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਆਉਂਦਾ ਹੈ, ਜੋ ਕਿ ਸਾਡੇ ਸਿੱਖਾਂ ਦੇ ਦੂਸਰੇ ਪਾਤਸ਼ਾਹ ਹਨ, ਜਿਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਹਰਮਨ ਲਿਪੀ ਬਣਾਇਆ। ਤੇ ਪੱਟੀ ਦਾ ਅਰਥ ਵਰਨਮਾਲਾ ਦੇ ਵਿੱਚ 35 ਹਰਫਾਂ ਦੀ ਲੜੀ, ਪੱਟੀ ਦਾ ਅਰਥ ਲੱਕੜੀ ਦੀ ਫੱਟੀ ਵੀ ਹੈ। ਤਾਂ ਉਹਨਾਂ ਨੇ ਪੱਟੀ ਸਾਹਿਬ ਦੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਲਿਖੀ ਸੀ, ਪੱਟੀ ਪੜਾਉਣਾ ਤੇ ਪੱਟੀ ਦੇ ਅੱਖਰਾਂ ਦਾ ਸਹੀ ਉਚਾਰਨ ਜਿਹੜਾ ਸੀ ਪੱਟੀ ਦੀ ਬਾਣੀ ਦੇ ਵਿੱਚ ਦਰਸਾਇਆ। ਸੱਸਾ, ਕੱਕਾ, ਤੱਤਾ, ਫੱਫਾ, ਬੱਬਾ, ਪੱਬਾ, ਉੱਥੋਂ ਇਹ ਅੱਖਰਾਂ ਦਾ ਨਾਮ ਜਿਹੜਾ ਸੀ ਪ੍ਰਚਲਿਤ ਹੋਇਆ। ਇਹ ਅੱਖਰਾਂ ਨੂੰ ਨਾਮ ਦਿੱਤਾ ਗਿਆ। ਇਹ ਨਾਮ ਦੇ ਕੇ ਇਹ ਲਿਪੀ ਜਿਹੜੀ ਸੀ ਅੱਗੇ ਦੀ ਅੱਗੇ ਗੁਰੂਆਂ ਦੇ ਕਾਲ ਵਿੱਚ ਚੱਲੀ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਿਪੀ ਪੂਰਨ ਰੂਪ ਵਿੱਚ ਸ਼ੋਭਿਤ ਹੋ ਗਈ। ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਦਾ ਸਰੋਤ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਮੁਖੀ ਲਿਪੀ ਦਾ ਨਾਮਕਰਨ, ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਗੁਰਮੁਖੀ ਲਿਪੀ ਦੇ ਵਿੱਚ ਵਰਨਮਾਲਾ ਤੇ ਉਸਦੇ ਲਗਾ ਤੇ ਲਗਾਖਰਾਂ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਾਂਗੇ। ਗੁਰਮੁਖੀ ਲਿਪੀ ਜਿਸ ਨੂੰ 35 ਵੀ ਕਿਹਾ ਜਾਂਦਾ ਹੈ, 35 ਅੱਖਰੀ ਵੀ ਕਿਹਾ ਜਾਂਦਾ ਹੈ, ਇਹ ਪੁਰਾਤਨ ਸਮੇਂ ਦਾ ਨਾਮ ਹੈ। ਅੱਜ ਦੀ ਸਾਡੀ ਪੰਜਾਬੀ ਦੀ ਗੁਰਮੁਖੀ ਲਿਪੀ ਦੇ 41 ਅੱਖਰ ਜੁੜ ਚੁੱਕੇ ਹਨ। ਤਾਂ ਜਿੰਦੇ ਵਿੱਚ ਸਾਡੇ ਕੋਲ ਗੁਰਮੁਖੀ ਲਿਪੀ ਦੇ ਇਹ ਅੱਖਰ ਨੇ ਜੋ ਸਾਨੂੰ ਮਿਲ ਜਾਂਦੇ ਹਨ। ਪੰਜਾਬੀ ਗੁਰਮੁਖੀ ਦੇ ਵਿੱਚ ਸਾਡੇ ਕੋਲ ਇਹ 35 ਅੱਖਰੀ ਹੈ, ਜਿਨ੍ਹਾਂ ਦੀ ਵਰਤੋਂ ਸਿੱਖ ਗੁਰੂ ਸਾਹਿਬਾਨਾਂ ਦੁਆਰਾ ਵਿਕਸਿਤ ਹੋਈ। ਇਹਨਾਂ ਨੂੰ ਇੱਕ ਰੂਪ, ਰੰਗ ਤੇ ਬਣਤਰ ਦੇ ਕੇ ਢੰਗ ਦੇ ਨਾਲ, ਤੌਰ ਤਰੀਕੇ ਦੇ ਨਾਲ ਇਹਨਾਂ ਨੂੰ ਵਰਨਮਾਲਾ ਦੇ ਚਿੰਨ੍ਹਾਂ ਨੂੰ ਵਰਤਿਆ ਜਾਣ ਲੱਗਾ। ਇਹ ਵਰਤਨ ਦੇ ਵਿੱਚ 7 ਲਾਈਨਾਂ ਹਨ ਤੇ ਹਰ ਇੱਕ ਲਾਈਨ ਜੋ ਹੈ ਉਹ ਪੂਰਨ ਤੌਰ ਤੇ ਆਪਸ ਦੇ ਵਿੱਚ ਜੁੜੀ ਹੋਈ ਹੈ। ਇਸ ਲਈ ਇਸ ਨੂੰ ਵਰਨਮਾਲਾ ਕਹਿੰਦੇ ਆ। ਇੱਕ ਮਾਲਾ ਵਿੱਚ ਪਰੋਏ ਹੋਏ ਮੋਤੀ, ਇਹ ਅੱਖਰ ਜਿਹੜੇ ਆ ਇੱਕ ਮਾਲਾ ਵਿੱਚ ਪਰੋਏ ਹੋਏ ਨੇ। ਇਹਨਾਂ ਦੀ ਬੋਲਣ ਦਾ ਲਹਿਜਾ ਧੁਨੀਆਂ ਦਾ ਇੱਕ ਸਮਾਨ ਹੈ, ਬਰਾਬਰ ਹੈ, 7 5 35। ਇਸ ਲਈ ਇਸ ਨੂੰ 7 ਲਾਈਨਾਂ ਦੇ ਵਿੱਚ ਤੇ 5 ਅੱਖਰਾਂ ਦੇ ਵਿੱਚ ਸੀਮਿਤ ਦਾਇਰੇ ਵਿੱਚ ਦਰਸਾਇਆ ਗਿਆ ਹੈ। 7 5 35 ਇਹ 35 ਅੱਖਰ ਹਨ। ਇਸ ਤੋਂ ਬਿਨਾਂ ਹੁਣ ਫਾਰਸੀ ਦੀਆਂ ਧੁਨੀਆਂ ਇਸ ਵਿੱਚ ਜੁੜ ਚੁੱਕੀਆਂ ਨੇ, ਜਿਹਦੇ ਵਿੱਚ
पैर विच बिंदी लग के ये साडे कोल 6 ने। तो इस दे तरह गुरमुखी लिपि विच लगा मात्रा भी हैं। लगा मात्रा जो साडी गुरमुखी लिपि च ने कुल 10 हैं, जिन्हां दे विच है मुक्ता है, कन्ना है, सिहारी है, बिहारी है, औंकड़ है, दुलैंकड़ है, होड़ा है, दलावा हैं, कनौड़ा है, लां है, दुलां है। ये साडे कुल मिला के ये मुहारनी दे विच 10 लगा बनदियां हैं। तो इस तरह नाल साडे कोल पंजाबी दे विच लगाखर भी ने वर्ण दे विच। तो लगाखर दे विच साडे कोल 3 लगाखर आउंदे ने, बिंदी, टिप्पी ते अदक। बिंदी, टिप्पी ते अदक इन्हां दी वरतों जिहड़ी है पंजाबी दे विच कीती जांदी है। ये गुरमुखी लिपि दे चिन्ह मन्ने जाते हैं। तो अर्ध चिन्ह दे विच जे असीं गल करिए गुरमुखी दे विच पैर विच अखर पाण वाले हा वावा ते रारा, ये जो गुरमुखी लिपि दे विच पैर विच पैण वाले अखर जिहड़े सी प्रचलित रूप विच मिल जाते हैं। तो गुरमुखी दे विच कोई भी अखर वाधू नहीं है, सारे ही अखर विजोगनात्मक ते संजोगनात्मक धुनियां दा सुमेल है। ये ढुकवें सब तो ढुकवीं लिपि भी कह सकते हैं, ढुकवीं भाषा भी कह सकते हैं, जिस जो कि अपनी एक सीमित दायरे विच जुड़ी हुई है, जिस तो सानू इस दे पूरे उचार ढंग बारे ते इस दे अर्थां बारे जानकारी जिहड़ी है पूर्ण रूप विच मिलती है। हुण उचारण दे अखरां दी जे गल करिए तां गुरमुखी दे जिन्ने भी अखर चिन्ह हैं उन्हां दे वख-वख नाम हैं, जिन्हां दे विच कक्का है, खक्खा है, दद्दा है। इस तरह पंजाबी दे विच गुरमुखी लिपि का बहुत गूढ़ा संबंध है। पंजाबी दे विच अज साडे कोल बहुत सारियां भाषावां विकसित हो के आईयां। पंजाब दे विच बहुत सारियां भाषावां बोलियां जांदियां रहीआं ने, उन्हां नूं पंजाबी भाषा ने अपना लिया। अज उस तरह इन बिन गुरमुखी लिपि दे विच उन्हां शब्दां नूं लिखिया जाण लग पिया है, उन्हां नूं विरासत दे विच उन्हां नूं संभाल के रखिया जाण लग पिया है, जो कि साडी एक पुरातन विरासत हैं, जिथों साडी गुरमुखी लिपि जिहड़ी है वो होंद विच आई। गुरमुखी लिपि ते होर लिपियां दा दस्तावेज जे असीं देखना होवे तां गुरमुखी लिपि दी वरतों भारती पंजाबी नूं लिखण वास्ते कीती जा रही है। दूजी फारसी ते उर्दू दी लिपि नूं भी पाकिस्तान विच पंजाबी लिखण वास्ते वरतों विच लिआंदा जा रहा है। गुरमुखी लिपि दा पंजाब दी धरती दी उपज है। ये किसी बाहरले देश तो मांग भी नहीं लिआंदी गई, पर फारसी ते उर्दू लिपि बाहरले देशों की हिब्रू लिपि तो अरबी लिपि राही फारसी ते उर्दू लिपि लई लिआंदी गई। नाले गुरमुखी सिर्फ ते सिर्फ पंजाबी भाषा लिखण लई राखवी है, जो कि सिर्फ पंजाबी भाषा लई लिखी जाती है, पर फारसी जिहड़ी है वो उर्दू लिपि नूं वध तो वध जुबानां विच वरतण दा यतन किया जाता है। यह एक विग्यानिक सच्चाई है कि हर जुबान का अपना एक विलक्षण ते निवेकला स्थान है, चाहे वो गुरमुखी लिपि है, चाहे वो फारसी लिपि है, चाहे वो साडी रोमन लिपि है। हर एक लिपि जिहड़ी है सीमित दायरे के अंदर रह के एक अपना ढुकवां ते डूंघाई भरिया संदेश दिंदी है। इस लिपि के राही असीं सुखावी तरह नाल किस भाषा नूं लिख भी सकते हैं तो उसनूं समझ भी सकते हैं, ते समझदारी दे नाल ये गुरमुखी लिपि जिहड़ी है ये पूर्ण रूप में संजोग के समर्थ है। ये लिपि दे विच कोई भी अखर वाधू नहीं है, कोई बेलोड़ा अखर नहीं है, कोई अद्धे अखर की वरतों नहीं हुंदी। इस दे लई उन्ने ही लगा ते लगाखर जिहड़े वरते गए है, जो कि उसकी पूरी की पूरी सुरनात्मकता नूं बरकरार रखते हैं ते उसकी धुनी बनतर, वाक बनतर ते व्याकरणिक नियमां नूं पूर्ण तौर ते अगे तक लैके जाण विच अहम योगदान पाउंदे हैं, क्योंकि गुरमुखी जिहड़ी है उसनूं श्री गुरु ग्रंथ साहिब दे विच सिख गुरुआं ने बड़े ही शुद्ध उचारण के राही, संकेत के राही, उसकी वरतों के राही दर्शाया है। अज पंजाबी दे विच गुरमुखी लिपि का इन्ना कुछ ज़्यादा विशेष योगदान है कि असी इसनूं शुद्ध रूप दे विच भी जानन लई गुरमुखी लिपि के नियमां नूं जे पढ़ लिया जाए तो असी गुरमुखी लिपि तो पंजाबी भाषा के नियमां नूं आसानी नाल जान सकते हैं, क्योंकि गुरमुखी एक सब तो वड्डा ब्यौरा है। किसी भी लिपि का जानकारी होना उस भाषा नूं सीखण दे बराबर है।
क्योंकि उन्ना चिकर असी किसी भी भाषा को पूर्ण रूप में नहीं सीख सकते जिन्ना चिकर सानू उस लिपि के बारे ते लिपि की विचारधारा बारे जानकारी नहीं है। इसलिए जिस तरह नाल अंग्रेजी नूं सीखना है तो अंग्रेजी भाषा लई सानू रोमन लिपि के बारे जानकारी होनी चाहिए है। जे असी हिंदी नूं सीखना है तो सानू देवनागरी लिपि का पता होना चाहिए है। जे असी पंजाबी भाषा के बारे भरपूर ते डूंघाई भरी जानकारी लैनी है तो सानू गुरमुखी लिपि का विशेष तौर पर अध्ययन करने की लोड़ है। तां ही असी शुद्ध रूप में किसी भी लिपि की वरतों के राही उस भाषा नूं वरत सकते हाँ, जान सकते हाँ ते शुद्ध रूप में उसका उच्चारण कर सकते हाँ। इन्हां शब्दां नाल तुहाडा धन्नवाद।